ਗੁਰੂ ਪਿਆਰਿਓ, ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਗੁਰਬਾਣੀ ਸੁਣ ਰਹੇ ਹੋ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਸ ਬਾਣੀ ਦੇ ਲੜ ਸਾਨੂੰ ਲਾਇਆ ਹੈ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਆਗਿਆ ਭਈ ਅਕਾਲ ਕੀ ਤਬ ਹੈ ਚਲਾਇਓ ਪੰਥ। ਅਸੀਂ ਹੁਣ ਚੱਲੇ ਹਾਂ। ਮਹਾਰਾਜ ਕਹਿਣ ਲੱਗੇ ਦਸਵੇਂ ਪਾਤਸ਼ਾਹ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਾਡੇ ਤੋਂ ਬਾਅਦ ਵਿੱਚ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਗੁਰਬਾਣੀ ਹੈ ਉਹ ਤੁਹਾਨੂੰ ਗਾਈਡ ਕਰੇਗੀ। ਕਿਵੇਂ ਦੁਨੀਆ ਵਿੱਚ ਰਹਿਣਾ ਹੈ, ਕਿਵੇਂ ਜ਼ਿੰਦਗੀ ਬਤੀਤ ਕਰਨੀ ਹੈ, ਕਿਵੇਂ ਦਿਨੇ ਰਹਿਣਾ ਹੈ, ਕਿਵੇਂ ਰਾਤ ਨੂੰ ਰਹਿਣਾ ਹੈ, ਕਿਵੇਂ ਹਫ਼ਤਿਆਂ ਵਿੱਚ ਰਹਿਣਾ ਹੈ, ਕਿਵੇਂ ਮਹੀਨਿਆਂ ਵਿੱਚ ਰਹਿਣਾ ਹੈ। ਬਿਨਾਂ ਨਾਮ ਤੋਂ, ਬਿਨਾਂ ਸਿਮਰਨ ਤੋਂ ਤੁਹਾਡੇ 30 ਦਿਨ ਵੀ ਐਵੇਂ ਚੱਲੇ ਜਾਣਗੇ। ਬਿਰਥੇ ਨਿਸ ਬਾਸਰ ਦਿਨ 30। ਗੁਰਬਾਣੀ ਵਿੱਚ 30 ਕੁ ਦਿਨਾਂ ਦਾ ਮਹੀਨਾ ਗਿਣਿਆ ਹੈ। ਉਹ ਸਾਰਾ ਵੇਸਟ ਚਲਾ ਜਾਂਦਾ ਹੈ ਜੇ ਕਦੀ ਉਹਦੀ ਯਾਦ ਨਹੀਂ ਆਈ। ਬਿਰਥੇ, ਬਿਰਥੇ ਤੋਂ ਭਾਵ ਵੇਸਟ, ਬੇਅਰਥ। ਨਿਸ ਬਾਸਰ, ਨਿਸ ਬਾਸਰ ਦਿਨ ਤੇ ਰਾਤ ਐਵੇਂ ਲੰਘ ਜਾਂਦੇ ਹਨ। ਦਿਨ 30 ਨੂੰ ਕਹਿੰਦੇ ਹਨ 30। ਇਹ ਜਿਹੜੇ ਦਿਨ ਨੇ ਮਹੀਨੇ ਦੇ, ਕਿਸੇ ਵਿੱਚ 31 ਹੁੰਦੇ ਨੇ, ਕਿਸੇ ਵਿੱਚ 29 ਹੁੰਦੇ ਨੇ, ਕਿਸੇ ਵਿੱਚ 28 ਹੁੰਦੇ ਨੇ, ਕਿਸੇ ਵਿੱਚ 31 ਹੁੰਦੇ ਨੇ, ਪਰ ਗੁਰੂ ਜੀ ਨੇ 30 ਲਿਖੇ ਨੇ ਕਿ 30 ਦਿਨ ਐਵੇਂ ਚਲੇ ਜਾਂਦੇ ਹਨ ਜੇ ਇਹਨਾਂ ਸਾਹਾਂ ਦੇ ਨਾਲ ਕਦੀ ਨਹੀਂ ਆਖਿਆ ਸਤਿਨਾਮ ਸ੍ਰੀ ਵਾਹਿਗੁਰੂ। ਗੌੜੀ ਮਹੱਲਾ ਪੰਜਵਾਂ। 202 ਅੰਗ ਹੈ। 202 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦਾ ਗੌੜੀ ਰਾਗ ਹੈ। ਪੰਜਵੇਂ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ। ਕਹਿੰਦੇ ਹਨ, ਜਿੰਨੇ ਵੀ ਸੁੱਖ ਪਾਇਆ ਹੈ, ਇੱਕ ਸੁੱਖ ਚੀਜ਼ਾਂ ਦਾ ਹੁੰਦਾ ਹੈ, ਮਟੀਰੀਅਲ ਦਾ, ਇੱਕ ਸੁੱਖ ਆਪਣੇ ਮਨ ਦਾ ਹੁੰਦਾ ਹੈ। ਕਈ ਵਾਰੀ ਚੀਜ਼ਾਂ ਬਹੁਤ ਹੁੰਦੀਆਂ ਨੇ ਪਰ ਮਨ ਦੁਖੀ ਹੁੰਦਾ ਹੈ। ਸਤਿਗੁਰ ਜੀ ਹੁਕਮ ਕਰਦੇ ਹਨ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ, ਜਿੰਨੇ ਵੀ ਸੁੱਖ ਪਾਇਆ ਹੈ ਪਰਮਾਤਮਾ ਦੀ ਰਜ਼ਾ ਵਿੱਚ, ਆਰਡਰ ਵਿੱਚ ਰਹਿ ਕੇ, ਹੁਕਮ ਵਿੱਚ ਰਹਿ ਕੇ, ਆਗਿਆ ਵਿੱਚ ਰਹਿ ਕੇ, ਉਸ ਨੂੰ ਸਿਮਰ ਸਿਮਰ ਕੇ, ਵਾਹਿਗੁਰੂ ਵਾਹਿਗੁਰੂ ਆਖ ਆਖ ਕੇ, ਸਿਮਰ 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 ਸੁਖ ਪਾਇਆ। ਬਿਨਾਂ ਸਿਮਰਨ ਤੋਂ ਮਨ ਲਾਈਨ ਤੋਂ ਬਾਹਰ ਹੋ ਜਾਂਦਾ ਹੈ, ਆਊਟ ਹੋ ਜਾਂਦਾ ਹੈ, ਸੱਟਾਂ ਵੱਜਦੀਆਂ ਹਨ, ਦੁੱਖ ਪਾਉਂਦਾ ਹੈ, ਘਰ ਵਿੱਚ ਕਲਹ ਕਲੇਸ਼ ਆ ਜਾਂਦੇ ਹਨ, ਦੁੱਖ ਹੀ ਦੁੱਖ
ਨਜ਼ਰ ਆਉਂਦੇ ਹਨ। ਨਿਯਮ ਦੇ ਵਿੱਚ ਨਹੀਂ ਰਹਿੰਦਾ, ਸਿਸਟਮ ਦੇ ਵਿੱਚ ਨਹੀਂ ਰਹਿੰਦਾ, ਜੋ ਜ਼ਿੰਦਗੀ ਦੀਆਂ ਲਾਈਨਾਂ ਹਨ ਉਹਨਾਂ ਤੋਂ ਆਊਟ ਹੋ ਜਾਂਦਾ ਹੈ। ਜੇ ਕਿਤੇ ਗੁਰੂ ਦੇ ਚਰਨ ਮਨ ਵਿੱਚ ਵਸ ਜਾਣ, ਗੁਰਬਾਣੀ ਜੋ ਗਾਈਡ ਕਰਦੀ ਹੈ ਉਸ ਮੁਤਾਬਕ ਚੱਲੇ ਤਾਂ ਕਦੀ ਵੀ ਕੋਈ ਦੁੱਖ ਨਹੀਂ ਆਉਂਦਾ। ਚਰਨ ਕਮਲ ਗੁਰੂ ਦੇ ਚਰਨ ਇਸ ਵੇਲੇ ਫਿਜ਼ੀਕਲੀ ਧੰਨ ਗੁਰੂ ਨਾਨਕ ਸਾਹਿਬ 10ਵੇਂ ਪਾਤਸ਼ਾਹ ਦੇਹ ਛੱਡ ਗਏ ਹਨ, ਸਰੀਰ ਛੱਡ ਗਏ ਹਨ। ਉਹਨਾਂ ਦਾ ਸ਼ਬਦ ਜਿਹੜਾ ਹੈ ਗੁਰੂ ਅਰਜਨ ਦੇਵ ਜੀ ਦਾ, ਭਾਵੇਂ ਦੇਹ ਨਹੀਂ ਹੈਗੀ ਲੇਕਿਨ ਜਿਹੜੇ ਉਹਨਾਂ ਦੇ ਵਰਡਸ ਸ਼ਬਦ ਹੈਗੇ ਨੇ ਉਹ ਆਪਾਂ ਪੜ੍ਹ ਰਹੇ ਹਾਂ। ਇੱਥੇ ਮੱਥਾ ਟੇਕਣਾ ਹੀ ਚਰਨ ਕਮਲ ਹਨ। ਕਮਲ ਲੋਟਸ ਜਿਹੜੇ ਹੁੰਦੇ ਨੇ, ਗੁਰੂ ਦੇ ਚਰਨ ਕਮਲ। ਗੁਰ ਹਿਰਦੈ ਵਸਾਇਆ, ਜੇ ਨਾ ਵੀ ਆ ਸਕੋ ਗੁਰਦੁਆਰੇ ਤੇ ਇੱਥੇ ਹੀ ਯਾਦ ਕਰ ਲਓ ਤਾਂ ਵੀ ਹਾਜ਼ਰੀ ਘਰ ਬੈਠਿਆਂ ਦੀ ਲੱਗ ਜਾਂਦੀ ਹੈ। ਪਰ ਉਹ ਜਿਹੜੇ ਗੁਰੂ ਦੇ ਚਰਨ ਕਮਲ ਹਨ, ਆਹ ਜਿਹੜੀ ਪਲੇਸ ਹੈ ਮਹਾਰਾਜ ਦੇ ਮੱਥਾ ਟੇਕਣ ਵਾਲਾ, ਇਹ ਤੁਹਾਡੇ ਇੱਥੇ ਦਿਲ ਵਿੱਚ ਹੋਵੇ, ਹਿਰਦੇ ਵਿੱਚ ਹੋਵੇ। ਚਰਨ ਕਮਲ ਗੁਰ ਹਿਰਦੈ, ਹਿਰਦੈ ਹਾਰਟ ਨੂੰ ਕਹਿੰਦੇ ਨੇ, ਦਿਲ ਨੂੰ ਕਹਿੰਦੇ ਨੇ, ਵਸਾਇਆ। ਇੱਥੇ ਰੱਖ ਲੈਣ ਮਹਾਰਾਜ ਦਾ ਦਰਸ਼ਨ ਜਿਹੜਾ ਹੈ। ਜਿਵੇਂ ਕਿੱਥੇ ਦਰਬਾਰ ਸਾਹਿਬ ਹੈ, ਹਰਿਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਥਾਨ। ਅੱਖਾਂ ਬੰਦ ਕਰੋ, ਉੱਡ ਜਾਓ ਵਿੱਚੋਂ, ਜਾ ਕੇ ਦੁੱਖ ਭੰਜਨੀ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ, ਦਰਵਾਜ਼ੇ ਤੇ, ਜਿੱਥੇ ਲੋਕ ਮੱਥਾ ਟੇਕ ਕੇ ਅੰਦਰ ਲੰਘਦੇ ਨੇ, ਉੱਥੇ ਆਪਣਾ ਮੱਥਾ ਅੰਦਰੋਂ ਲਾ ਦਿਓ। ਸਮਝੋ ਕਿ ਗੁਰੂ ਦੇ ਚਰਨ ਹਿਰਦੇ ਵਿੱਚ ਵਸ ਗਏ। ਗੁਰ ਗੋਬਿੰਦ ਪਾਰ ਬ੍ਰਹਮ ਪੂਰਾ, ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪਾਰ ਬ੍ਰਹਮ ਅਕਾਲ ਪੁਰਖ ਜੀ, ਇਹ ਸਾਰੇ ਪੂਰੇ ਹਨ, ਕੰਪਲੀਟ ਹਨ। ਦੁਨੀਆ ਨੂੰ ਆਖਦੇ ਹਨ ਸੱਚ ਨਾਲ ਜੁੜੋ, ਸੱਚ ਨਾਲ ਪਿਆਰ ਕਰੋ, ਸੁੱਚੇ ਰਵੋ। ਜੇ ਹਰ ਵੇਲੇ ਝੂਠੇ ਰਹੀਏ ਤਾਂ ਵੀ ਸੱਚ ਨਾਲ ਨਹੀਂ ਜੁੜ ਸਕਦੇ। ਸੁੱਚ ਹੋਵੇ ਤਾਂ ਸੱਚ ਪਾਈਏ। ਬੋਡੀ ਸੁੱਚੀ ਹੋਵੇ, ਭਾਂਡੇ ਸੁੱਚੇ ਹੋਣ, ਜੀਭ ਸੁੱਚੀ ਹੋਵੇ ਤਾਂ ਸੱਚ ਪਾਈਏ। ਤਾਂ ਹੀ ਇਸ਼ਨਾਨ ਕਰੀਦਾ ਹੈ। ਫਿਰ ਮਹਾਰਾਜ ਦਾ ਪ੍ਰਕਾਸ਼ ਕਰੀਦਾ ਹੈ, ਕਿਉਂਕਿ ਸੱਚ ਹੈ ਨਾ, ਸੱਚ ਨਾਲ ਮਿਲਾਪ ਕਰਨਾ ਹੈ। ਸਾਰਿਆਂ ਨੂੰ ਹੁਕਮ ਹੈ ਮਨ ਨੂੰ ਸੁੱਚਾ ਕਰੋ, ਫਿਰ ਸੱਚ ਨੂੰ ਬੰਦਾ ਪਾ ਸਕਦਾ ਹੈ, ਨਹੀਂ ਤੇ ਨਹੀਂ। ਝੂਠ ਤੇ ਵੀ ਕਾਬੂ ਪਾਉਣਾ ਪੈਂਦਾ ਹੈ, ਝੂਠ ਨਾਲ ਵੀ ਮਨ ਗੰਦਾ ਹੋ ਜਾਂਦਾ ਹੈ, ਰੱਬ ਨਹੀਂ ਮਿਲਦਾ। ਸੁੱਚ ਹੋਵੇ, ਝੂਠੇ ਭਾਂਡੇ ਵਿੱਚ ਕੋਈ ਚੀਜ਼ ਨਹੀਂ ਖਾਧੀ ਜਾਂਦੀ, ਤੇ ਵਾਹਿਗੁਰੂ ਦਾ ਨਾਮ ਕਿਵੇਂ ਮੂੰਹ ਵਿੱਚ ਜਾਵੇਗਾ, ਕਿਵੇਂ ਆਖਿਆ ਜਾਵੇਗਾ ਸਤਨਾਮ ਸ੍ਰੀ ਵਾਹਿਗੁਰੂ। ਗਾਈਡ ਕਰਦੇ ਹਨ ਸਤਿਗੁਰੂ ਜੀ, ਸੁੱਚ ਹੋਵੇ ਤਾਂ ਹੀ ਗੁਰੂ ਘਰ ਸਾਫ਼ ਰੱਖੀਦਾ ਹੈ। ਮਨ ਵੀ ਸਾਫ਼ ਰੱਖਣਾ ਪੈਂਦਾ ਹੈ ਤਾਂ ਸੱਚ ਮਿਲਦਾ ਹੈ। ਤੇ ਸੱਚ ਕੌਣ ਹਨ? ਪਾਰ ਬ੍ਰਹਮ ਜੀ,
ਵਾਹਿਗੁਰੂ ਜੀ, ਅਕਾਲ ਪੁਰਖ ਜੀ, ਬੜੇ ਨਾਂ ਨੇ ਉਹਨਾਂ ਦੇ। ਗੁਰ ਗੋਬਿੰਦ ਪਾਰ ਬ੍ਰਹਮ ਪੂਰਾ। ਅਸੀਂ ਉਰਵਾਰ ਹਾਂ ਇਸ ਵੇਲੇ, ਜਿਵੇਂ ਕੋਈ ਰਿਵਰ ਹੋਵੇ, ਕੋਈ ਸਮੁੰਦਰ ਹੋਵੇ, ਅਸੀਂ ਇਸ ਸਾਈਡ 'ਤੇ ਆ ਗਏ ਹਾਂ। ਉਸ ਸਾਈਡ 'ਤੇ ਉਹ ਹਨ ਵਾਹਿਗੁਰੂ। ਜਦੋਂ ਏਜ ਮੁੱਕ ਜਾਵੇਗੀ ਫਿਰ ਅਸੀਂ ਉੱਧਰ ਚਲੇ ਜਾਵਾਂਗੇ। ਪਾਰ, ਪਾਰ ਕਹਿੰਦੇ ਨੇ ਦੂਜੇ ਪਾਸੇ ਨੂੰ। ਬ੍ਰਹਮ ਪੂਰਾ, ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਹਨ ਉਹ ਨਜ਼ਰ ਨਹੀਂ ਆਉਂਦੇ, ਪਰ ਹੈਗੇ ਹਨ। ਉਹਨਾਂ ਕੋਲੋਂ ਸਾਰੀ ਸ਼ਕਤੀ ਬੰਦੇ ਨੂੰ ਮਿਲੀ ਹੋਈ ਹੈ। ਅੱਖਾਂ ਨਾਲ ਦੇਖਦਾ ਹੈ, ਕੰਨਾਂ ਨਾਲ ਸੁਣਦਾ ਹੈ, ਪੈਰਾਂ ਨਾਲ ਚੱਲਦਾ ਹੈ। ਸਤਿਗੁਰੂ ਜੀ ਹੁਕਮ ਕਰਦੇ ਹਨ, ਉਹਦਾ ਨਾਮ ਜਪੋ ਤੇ ਸਹਿ ਆਰਾਧ। ਉਸੇ ਨੂੰ ਅਰਾਧੋ, ਜਪੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਗੁਰੂ ਅਰਜਨ ਦੇਵ ਜੀ ਆਖਦੇ ਹਨ, ਅਸਾਂ ਜਪਿਆ ਹੈ, ਮੇਰਾ ਮਨ ਧੀਰਾ। ਸਾਡੇ ਮਨ ਨੂੰ ਧੀਰਜ ਮਿਲ ਗਈ ਹੈ, ਟਿਕਾਓ ਮਿਲ ਗਿਆ ਹੈ, ਆਸਰਾ ਮਿਲ ਗਿਆ ਹੈ, ਸ਼ਾਂਤ ਹੋ ਗਿਆ ਹੈ। ਰਹਾਓ। ਹੁਣ ਹੁਕਮ ਕਰਦੇ ਹਨ, ਭਾਵੇਂ ਰਾਤ ਹੋਵੇ ਤੇ ਭਾਵੇਂ ਦਿਨ ਹੋਵੇ, ਅਨ ਦਿਨ ਜਪੋ ਗੁਰੂ ਗੁਰ ਨਾਮ। ਆਪਣੇ ਕੰਮ ਧੰਦੇ ਵੀ ਕਰੋ, ਘਰ ਪਰਿਵਾਰ ਵਿੱਚ ਵੀ ਰਹੋ, ਜਿੱਥੇ ਵੀ ਹੈਗੇ ਹੋ, ਪਰ ਰਾਤ ਦਿਨ ਜਿਵੇਂ ਦੂਜੀਆਂ ਚੀਜ਼ਾਂ ਬਿਨਾਂ ਨਹੀਂ ਸਰਦਾ, ਇਹ ਜ਼ਰੂਰੀ ਚਾਹੀਦੀ ਹੈ ਘਰ ਵਿੱਚ, ਤਿਵੇਂ ਮਾਲਕ ਦਾ ਨਾਮ ਵੀ ਘਰ ਵਿੱਚ ਜ਼ਰੂਰੀ ਚਾਹੀਦਾ ਹੈ। ਤਾਂ ਜਾ ਕੇ ਲਾਈਫ ਜਿਹੜੀ ਹੈ, ਮਨੁੱਖਾ ਜਨਮ ਜਿਹੜਾ ਹੈ ਉਹ ਸਫਲਾ ਹੁੰਦਾ ਹੈ। ਤਾਂ ਗੁਰੂ ਦੀ ਕਹੀ ਹੋਈ ਗੱਲ ਜਿਹੜੀ ਹੈ ਬੰਦਾ ਮੰਨਦਾ ਹੈ। ਗੁਰੂ ਗਾਈਡ ਕਰਦੇ ਹਨ, ਸਮਝਾਉਂਦੇ ਹਨ। ਅਨ ਦਿਨ ਡੇ ਨਾਈਟ ਜਪੋ ਗੁਰੂ ਗੁਰ ਨਾਮ। ਚੰਟ ਦਾ ਨੇਮ ਆਫ ਵਾਹਿਗੁਰੂ ਜੀ। ਸਤਨਾਮ ਕਹੋ, ਵਾਹਿਗੁਰੂ ਕਹੋ, ਭਗਵਾਨ ਕਹੋ, ਪਰਮੇਸ਼ਰ ਕਹੋ, ਕਈ ਨਾਮ ਹਨ, ਸਾਰੇ ਉਹਦੇ ਨੇ। ਅਨ ਦਿਨ ਜਪੋ ਗੁਰੂ ਗੁਰ ਨਾਮ। ਜੋ ਗੁਰੂ ਨਾਨਕ ਦਾ ਘਰ ਹੈ, ਇੱਥੇ ਉਹਦਾ ਨਾਮ ਹੈ। ਨਾਨਕ ਕੈ ਘਰ ਕੇਵਲ ਨਾਮ। ਕੇਵਲ ਕਹਿੰਦੇ ਨੇ ਓਨਲੀ ਵਨ। ਗੁਰਮੁਖੀ ਵਿੱਚ, ਗੁਰਬਾਣੀ ਦੇ ਵਿੱਚ ਕੇਵਲ ਜਦੋਂ ਸ਼ਬਦ ਆਵੇ ਉਹ ਇੱਕ ਹੁੰਦਾ ਹੈ। ਨਾਨਕ ਕੈ ਘਰ, ਗੁਰੂ ਨਾਨਕ ਸਾਹਿਬ ਜੀ ਦੇ ਘਰ। ਨਾਨਕ ਕੈ ਘਰ ਕੇਵਲ ਇੱਕ ਨਾਮ, ਸਤਨਾਮ ਸ੍ਰੀ ਵਾਹਿਗੁਰੂ। ਇੱਕੋ ਨਾਮ ਹੈ ਗੁਰੂ ਨਾਨਕ ਦੇ ਘਰ, ਉਹ ਹੈ ਅਕਾਲ ਪੁਰਖ ਜੀ ਦਾ ਸਤਨਾਮ ਸ੍ਰੀ ਵਾਹਿਗੁਰੂ। ਤਾਈਓ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਸੰਸਾਰ ਮੰਨਦਾ ਹੈ, ਕਿਉਂਕਿ ਇਸ ਘਰ ਵਿੱਚ ਹੋਰ ਕਿਸੇ ਦਾ ਨਾਂ ਨਹੀਂ, ਉਸੇ ਦਾ ਨਾਂ ਹੈ ਅਕਾਲ ਪੁਰਖ ਦਾ। ਕਲਗੀਆਂ ਵਾਲੇ, ਬਾਜਾਂ ਵਾਲੇ ਵੀ ਕਹਿੰਦੇ ਨੇ, ਉਹਨੂੰ ਜਪੋ, ਉਹਨੂੰ ਜਪੋ। ਜਿਹਨੂੰ ਅਸੀਂ ਜਪਿਆ ਹੈ ਹੇਮਕੁੰਟ ਸਾਹਿਬ, ਤੁਸੀਂ ਵੀ ਉਹਨੂੰ ਜਪੋ, ਆਖਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਤਾਤੇ ਸਿੱਧ ਭਏ ਸਗਲ ਕਾਮ। ਤਾਤੇ ਫਿਰ ਤੁਹਾਡੀ ਜ਼ਿੰਦਗੀ ਦਾ
ਇਹ ਵੀ ਇੱਕ ਕੰਮ ਹੈ ਜੋ ਕਰਨ ਬੰਦਾ ਆਇਆ ਹੈ ਪਰ ਭੁੱਲ ਗਿਆ ਹੈ। ਨਾ ਗੁਰਦੁਆਰਾ ਸਾਹਿਬ ਆਉਂਦਾ ਹੈ, ਨਾ ਗੁਰਬਾਣੀ ਪੜ੍ਹਦਾ ਹੈ, ਨਾ ਸਾਧ ਸੰਗਤ ਕਰਦਾ ਹੈ, ਨਾ ਘਰ ਜਪਦਾ ਹੈ, ਲੱਗਾ ਰਹਿੰਦਾ ਹੋਰਨਾਂ ਕੰਮਾਂ ਵਿੱਚ, ਆਪਣਾ ਕੰਮ ਭੁੱਲ ਜਾਂਦਾ ਹੈ। ਰਹਿਰਾਸ ਸਾਹਿਬ ਜੀ ਪੜ੍ਹੋ, ਉਹਦੇ ਵਿੱਚ ਕਹਿੰਦੇ ਹਨ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਜਦੋਂ ਬਾਡੀ ਵੱਖਰੀ ਹੋ ਗਈ, ਇਹ ਤੇ ਤੇਰੇ ਕੰਮ ਆਉਣੇ ਨਹੀਂ। ਉਸ ਵੇਲੇ ਨਾਮ ਜਪਿਆ ਕਰ, ਆਪਣੇ ਕੰਮ ਵੀ ਕਰ, ਪਰ ਨਾਲ ਨਾਲ ਆਖਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਤਾਤੇ ਇਸ ਕਰਕੇ ਸਿੱਧ ਭਏ ਸਗਲ ਕਾਮ। ਤੇਰਾ ਦੁਨੀਆ ਤੇ ਆਉਣਾ ਵੀ ਸਫਲ ਹੋ ਜਾਵੇਗਾ। ਹੋਰ ਜਿਹੜੇ ਕੰਮਕਾਰ ਹਨ ਘਰ ਦੇ, ਪਰਿਵਾਰ ਦੇ, ਦੁਨੀਆ ਦੇ, ਉਹ ਵੀ ਸਫਲ ਹੋ ਜਾਣਗੇ। ਜਿਨ੍ਹਾਂ ਨਾਲ ਤੂੰ ਬਹਿੰਦਾ ਉੱਠਦਾ ਹੈ, ਉਹਨਾਂ ਦੀ ਕੰਪਨੀ ਜਿਹੜੀ ਹੈ ਉਹ ਵੀ ਸਫਲ ਹੋ ਜਾਵੇਗੀ, ਕਿਉਂਕਿ ਤੇਰੇ ਨਾਲ ਬਹਿਣ ਕਰਕੇ ਉਹ ਵੀ ਕਹਿਣਗੇ ਸਤਨਾਮ ਸ੍ਰੀ ਵਾਹਿਗੁਰੂ। ਇਹ ਤੂੰ ਦੇਖਣਾ ਮੇਰੀ ਕੰਪਨੀ ਕਿਹੋ ਜਿਹੀ ਹੈ, ਜਿਹੜੇ ਮੇਰੇ ਨਾਲ ਬੈਠੇ ਨੇ ਉਹਨਾਂ ਨੂੰ ਮੈਂ ਕੀ ਦੇ ਰਿਹਾ। ਇਹ ਤੇਰਾ ਆਪਣਾ ਕੰਮ ਹੈ, ਤੂੰ ਆਪ ਸੋਚਣਾ ਹੈ। ਗਾਈਡ ਕਰਦੀ ਹੈ ਗੁਰਬਾਣੀ। ਦਰਸ਼ਨ ਦੇਖ, ਗੁਰੂ ਦਾ ਦਰਸ਼ਨ ਕੀਤੇ ਆ। ਸੀਤਲ ਮਨ ਭਏ, ਮਨ ਸੜਿਆ ਹੋਇਆ, ਜਲਿਆ ਹੋਇਆ ਠੰਡਾ ਹੋ ਜਾਂਦਾ ਹੈ, ਸ਼ਾਂਤੀ ਆ ਜਾਂਦੀ ਹੈ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ। ਇਹ ਪੂਰੇ ਸਤਿਗੁਰੂ ਹਨ। ਜੇ ਕੋਈ ਇਹਨਾਂ ਦੀ ਗਾਈਡੈਂਸ ਨੂੰ ਮੰਨ ਲਵੇ ਤਾਂ ਮਨ ਵਿੱਚ ਸ਼ਾਂਤੀ ਵਰਤ ਜਾਂਦੀ ਹੈ। ਤੇ ਜੇ ਮਨ ਪਿੱਛੇ ਤੁਰਿਆ ਫਿਰੇ, ਗੁਰੂ ਦੀ ਗੱਲ ਨਾ ਸੁਣੇ, ਫਿਰ ਅਸ਼ਾਂਤੀ ਆ ਜਾਂਦੀ ਹੈ, ਫਿਰ ਮਨ ਸੜਦਾ ਰਹਿੰਦਾ ਹੈ ਹਰ ਵੇਲੇ। ਸਤਿਗੁਰੂ ਜੀ ਹੁਕਮ ਕਰਦੇ ਹਨ, ਦਰਸ਼ਨ ਦੇਖ। ਉੱਡ ਕੇ ਵੀ ਕਰ ਸਕਦਾ ਦਰਸ਼ਨ। ਜਿਵੇਂ ਪੰਛੀ ਉੱਡ ਜਾਂਦੇ ਨੇ, ਤਿਵੇਂ ਮਨ ਉੱਡ ਜਾਂਦਾ। ਬੜੀ ਸਪੀਡ ਹੈ ਇਹਦੀ। ਇਹ ਰੋਜ਼ ਹਜ਼ੂਰ ਸਾਹਿਬ ਜਾ ਸਕਦਾ ਹੈ, ਉਹ ਰੋਜ਼ ਇੱਥੇ ਗੁਰਦੁਆਰੇ ਆ ਸਕਦਾ ਹੈ, ਰੋਜ਼ ਆ ਕੇ ਮੱਥਾ ਟੇਕ ਸਕਦਾ ਹੈ, ਫਿਰ ਵਾਪਸ ਜਾ ਸਕਦਾ ਹੈ। ਰੋਜ਼ ਹਰਿਮੰਦਰ ਸਾਹਿਬ ਜਾ ਸਕਦਾ ਹੈ, ਸੈਕਿੰਡ ਵੀ ਨਹੀਂ ਲੱਗਦਾ, ਮੱਥਾ ਟੇਕ ਕੇ ਆ ਸਕਦਾ ਹੈ। ਪਰ ਉਹ ਜੇ ਮਨ ਜਾਣ ਦੇਵੇ। ਜੇ ਮਨ ਨੇ ਹੋਰ ਪਾਸੇ ਲਾ ਦਿੱਤਾ, ਕਿੱਥੋਂ ਜਾਵੇਗਾ। ਭਾਗਾਂ ਵਾਲਾ ਹੈ ਉਹ ਮਨ ਜਿਹੜਾ ਉੱਡ ਕੇ ਚਲਾ ਜਾਂਦਾ ਹੈ ਗੁਰੂ ਦੇ ਦਰ ਤੇ। ਬੇਸ਼ੱਕ ਸਾਰਾ ਕੁਝ ਬੰਦ ਹੋਵੇ, ਘਰਾਂ ਵਿੱਚ ਵੀ ਲੋਕ ਬੰਦ ਹੋਣ, ਤਾਂ ਵੀ ਉੱਡ ਕੇ ਜਾ ਕੇ ਮੱਥਾ ਟੇਕ ਕੇ ਵਾਪਸ ਆ ਸਕਦੇ ਹਨ ਦਰਸ਼ਨ ਕਰਕੇ। ਦਰਸ਼ਨ ਦੇਖ ਸੀਤਲ ਮਨ ਭਏ। ਸੀਤਲ ਕਹਿੰਦੇ ਨੇ ਠੰਡਾ ਹੋ ਜਾਂਦਾ ਹੈ ਮਨ। ਜਨਮ ਜਨਮ ਕੇ ਕਿਲ ਬਿਖ ਗਏ। ਜਨਮਾਂ ਜਨਮਾਂ ਦੇ, ਕਿਉਂਕਿ ਖਬਰੇ ਅਸੀਂ ਕਿੱਥੋਂ ਹੋ ਕੇ ਆਏ ਹਾਂ ਕਿ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ। ਕਈ ਵਾਰੀ ਹਾਥੀ ਬਣੇ, ਕਈ ਵਾਰੀ ਕੀੜੇ ਬਣੇ, ਕਈ ਵਾਰੀ ਪਤੰਗੇ ਬਣੇ, ਕਈ ਵਾਰੀ ਪਹਾੜ ਬਣੇ। ਪਤਾ ਨਹੀਂ ਕਿਹੜੀ ਕਿਹੜੀ ਜੂਨ ਭੋਗ ਕੇ ਆਏ ਹਾਂ। ਹੁਣ ਮਿਲਿਆ ਕਿਤੇ ਮਾਨਸ ਜਨਮ, ਹਿਊਮਨ ਬੋਡੀ ਹੁਣ ਮਿਲੀ ਹੈ। ਇਹਦੇ ਵਿੱਚ ਵੀ ਜੇ ਵਾਹਿਗੁਰੂ ਨੂੰ ਯਾਦ ਨਾ ਕੀਤਾ, ਫਿਰ ਉਸੇ ਵਿੱਚ ਡਿੱਗ ਪਵਾਂਗੇ, ਉਸੇ ਖੂਹ ਦੇ ਵਿੱਚ। ਜਨਮ ਜਨਮ ਕੇ ਕਿਲ ਬਿਖ ਗਏ। ਗੁਰੂ ਜੀ ਗਾਈਡ ਕਰਦੇ ਹਨ, ਤੇਰੇ ਜਨਮਾਂ ਜਨਮਾਂ ਦੇ ਜਿਹੜੇ ਪਿਛਲੇ ਕੀਤੇ ਕੋਈ ਪਾਪ ਅਪਰਾਧ, ਪਿਛਲੀਆਂ ਜੂਨਾਂ ਸਭ ਖਤਮ ਹੋ ਜਾਣਗੀਆਂ। ਮੁੜ ਕੇ ਨਾ ਜੰਮਣਾ ਨਾ ਮਰਨਾ, ਮੁਕਤੀ ਮਿਲ ਜਾਏਗੀ। ਕਹੋ ਨਾਨਕ ਕਹਾਂ ਭੈ ਪਾਈ। ਪੰਜਵੇਂ ਪਾਤਸ਼ਾਹ ਜੀ ਦਾ ਸ਼ਬਦ ਹੈ, ਗੁਰੂ ਅਰਜਨ ਦੇਵ ਜੀ ਦਾ। ਉਹਨਾਂ ਦੀ ਗੁਰਬਾਣੀ ਗਾਈਡ ਕਰਦੀ ਹੈ। ਕਹੋ ਨਾਨਕ ਕਹਾਂ ਭੈ ਪਾਈ। ਤੁਸੀਂ ਗੁਰਬਾਣੀ ਨੂੰ, ਗੁਰੂ ਨਾਨਕ ਸਾਹਿਬ ਜੀ ਦੀ ਗੱਲ ਨੂੰ ਮੰਨ ਲਵੋ, ਕੋਈ ਭੈ ਨਹੀਂ ਰਵੇਗਾ।
ਭਾਈ ਕੋਈ ਭੈ ਨਹੀਂ ਰਵੇਗਾ। ਭਾਈ ਦਾ ਭਾਵ ਭਰਾਵਾ ਕੋਈ ਡਰ ਨਹੀਂ ਰਵੇਗਾ। ਸੇਵਕ ਬਣ ਜਾ। ਆਪਣੇ ਸੇਵਕ ਦੀ ਉਹ ਆਪ ਪੈਜ ਰੱਖ ਲੈਂਦੇ ਹਨ। ਆਪਣੇ ਸੇਵਕ ਕੀ ਆਪ ਪੈਜ ਰਖਾਈ। ਆਪਣੇ ਸੇਵਕ ਕੀ ਆਪ ਪੈਜ ਰਖਾਈ। ਆਪਣੇ ਸੇਵਕ ਦੀ, ਸੇਵਕ ਸਿੱਖ ਪੂਜਣ ਸਭ ਆਮ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਸੇਵਕ ਜਿਹੜੇ ਸੇਵਾ ਕਰਦੇ ਹਨ, ਸਿੱਖ ਜਿਹੜੇ ਸਿੱਖਦੇ ਹਨ, ਕਈ ਵਾਰੀ ਸਿੱਖਦਿਆਂ 50-50 ਸਾਲ ਲੱਗ ਜਾਂਦੇ ਨੇ। ਕਈ ਪੂਜਣ ਆਉਂਦੇ ਨੇ, ਲੰਮੇ ਪੈ ਕੇ ਮੱਥਾ ਹੀ ਟੇਕ ਲੈਂਦੇ ਹਨ। ਸਭ ਗਾਵਹਿ ਹਰ ਹਰ ਉੱਤਮ ਬਾਣੀ, ਉਹ ਸਾਰੇ ਗੁਰਬਾਣੀ ਦਾ ਗਾਇਨ ਕਰਦੇ ਹਨ, ਗੁਰੂ ਦੀ ਪਾਵਨ ਗੁਰਬਾਣੀ ਨੂੰ ਗਾਉਂਦੇ ਹਨ। ਆਪਣੇ ਸੇਵਕ ਕੀ ਆਪ ਪੈਜ ਰਖਾਈ। ਮਹਾਰਾਜ ਪੈਜ ਰੱਖ ਲੈਂਦੇ ਹਨ। ਸੋ ਗੁਰੂ ਪਿਆਰਿਓ, ਅੰਗ ਹੈ 202 202। ਗੌੜੀ ਮਹੱਲਾ ਪੰਜਵਾਂ। ਪਹਿਲੇ ਸ਼ਬਦ ਹਨ ਸਿਮਰ 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 ਸੁਖ ਪਾਇਆ, ਚਰਨ ਕਮਲ ਗੁਰ ਹਿਰਦੈ ਬਸਾਇਆ। ਕਿਤੇ ਵੀ ਹੋਵੋ, ਭਾਵੇਂ ਨਾ ਵੀ ਆ ਸਕੋ, ਮਹਾਰਾਜ ਦੇ ਚਰਨਾਂ 'ਚ ਉੱਡ ਕੇ ਆ ਕੇ ਇਹ ਮਨ ਮੱਥਾ ਟੇਕ ਸਕਦਾ ਹੈ। ਮੱਥਾ ਟੇਕਿਆ ਕਰੋ, ਫਿਰ ਮਨ ਨੂੰ ਉਸੇ ਵਾਪਸ ਲੈ ਜਾਇਆ ਕਰੋ। ਸਤਿਗੁਰੂ ਖੁਸ਼ੀਆਂ ਬਖਸ਼ਿਸ਼ ਕਰਨ। ਦਾਤਾਰ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਨੂੰ ਨਾਮ ਦਾਨ ਇਸ਼ਨਾਨ ਦੀ ਦਾਤ ਬਖਸ਼ਿਸ਼ ਕਰਨ। ਇਹ ਗੁਰਬਾਣੀ ਗਾਈਡ ਕਰਦੀ ਹੈ, ਯਾਦ ਰੱਖਣਾ, ਜ਼ਿੰਦਗੀ ਨੂੰ ਸਮਝਾਉਂਦੀ ਹੈ, ਗਾਈਡ ਕਰਦੀ ਹੈ। ਕਿਸੇ ਵੀ ਨਵੀਂ ਜਗ੍ਹਾ ਚਲੇ ਜਾਓ, ਨਾਲ ਗਾਈਡ ਲੈਣਾ ਪੈਂਦਾ ਹੈ। ਉਹ ਜਾ ਕੇ ਦੱਸਦਾ ਹੈ ਆਹ ਪਲੇਸ ਹੈ, ਆਹ ਪਲੇਸ ਹੈ, ਇਹ ਕਸ਼ਮੀਰ ਹੈ, ਇਹ ਪਹਾੜੀਆਂ ਹਨ। ਉਹ ਗਾਈਡ ਕਰਦਾ ਹੈ। ਜੋ ਬੰਦੇ ਦੀ ਲਾਈਫ ਹੈ ਉਹਨੂੰ ਗੁਰਬਾਣੀ ਗਾਈਡ ਕਰਦੀ ਹੈ ਕਿ ਤੂੰ ਕੀ ਚੀਜ਼ ਹੈ, ਤੇਰਾ ਕੀ ਵਜੂਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।